ਦਰਸ਼ਕੋ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ 3 ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਹੁਣ ਦੇਸ਼ ਵਿਆਪੀ ਹੋ ਰਿਹਾ ਹੈ। ਦੇਸ਼ ਵਿਆਪੀ ਮੈਂ ਇਸ ਕਰਕੇ ਲਫ਼ਜ਼ ਵਰਤਿਆ ਹੈ, ਹਾਲਾਂਕਿ ਦੇਸ਼ ਵਿਆਪੀ ਸ਼ੁਰੂ ਤੋਂ ਹੈ ਅੰਦੋਲਨ ਇਹ, ਕਿਉਂਕਿ ਹੁਣ ਇੱਕ ਨਵਾਂ ਇੱਕ ਬੀ ਲੈਵਲ ਦੀ ਜਿਹੜੀ ਹੈਗੀ ਰਣਨੀਤੀ ਸਮਝ 'ਚ ਆ ਰਹੀ ਹੈ, ਜੋ ਕਿਸਾਨ ਆਗੂਆਂ ਨੇ ਘੜੀ ਹੈ ਕਿ ਮਹਾ ਪੰਚਾਇਤਾਂ ਕੀਤੀਆਂ ਜਾਣ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ, ਜਿਸ ਨਾਲ ਸਮਝ 'ਚ ਜੋ ਗੱਲ ਆਉਣ ਵਾਲੀ ਹੈ ਉਹ ਹੈ ਕਿ ਲੋਕਲਾਈਜ਼ ਲੈਵਲ ਦੇ ਉੱਤੇ ਜਿਹੜਾ ਹੈਗਾ ਮੋਬਿਲਾਈਜੇਸ਼ਨ ਜਿਹੜੀ ਹੈਗੀ ਆ ਉਸ ਨੂੰ ਬਲ ਮਿਲੇਗਾ। ਹਰ ਕੋਈ ਬੰਦਾ ਦਿੱਲੀ ਨਹੀਂ ਜਾ ਸਕਦਾ। ਅੱਗੇ ਬੱਚਿਆਂ ਦੀਆਂ ਪੜ੍ਹਾਈਆਂ ਵੀ ਆ ਗਈਆਂ, ਜਿਹੜੇ ਲੋਕ ਦਿੱਲੀ ਬੈਠੇ ਸੀ, ਤੇ ਅੱਗੇ ਵਾਢੀ ਦਾ ਸੀਜ਼ਨ ਵੀ ਖਾਸ ਕਰ ਉੱਤਰੀ ਭਾਰਤ 'ਚ ਜਿਹੜੇ ਕਣਕ ਦੇ ਪ੍ਰੋਡਿਊਸਰ ਸਟੇਟ ਨੇ ਉਹਨਾਂ 'ਚ ਵਾਢੀ ਦਾ ਸੀਜ਼ਨ ਵੀ ਨੇੜੇ ਆ ਗਿਆ, ਕਣਕਾਂ ਪੱਕਣ ਲੱਗ ਪਈਆਂ ਨੇ। ਇਹ ਬੜੀ ਅੱਛੀ ਰਣਨੀਤੀ ਹੈ ਜੋ ਕਿਸਾਨਾਂ ਨੇ ਅਪਣਾਈ ਹੈ। ਇਸੇ ਸਿਲਸਿਲੇ 'ਚ ਚੰਡੀਗੜ੍ਹ 'ਚ ਵੀ ਮਹਾ ਪੰਚਾਇਤ ਹੋ ਰਹੀ ਹੈ ਤੇ ਅਸੀਂ ਵੀ ਗਵਾਹ ਬਣੇ ਹੋਏ ਹਾਂ ਉਸਦੇ। ਖਾਸ ਕਰ ਜਿਨ੍ਹਾਂ ਨੇ ਮਹਾ ਪੰਚਾਇਤ ਸੱਦੀ ਹੈ, ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ ਵਾਲੀ, ਉਹਦੇ ਸੂਬਾ ਸਕੱਤਰ ਕਾਮਰੇਡ ਕਮਲਜੀਤ ਸਿੰਘ ਜੋ ਕਿ ਮੇਰੇ ਕਰੀਬੀ ਦੋਸਤ ਵੀ ਨੇ, ਇਸ ਵਕਤ ਸਾਡੇ ਸਟੂਡੀਓ 'ਚ ਬਣੇ ਹੋਏ ਨੇ। ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕਮਲਜੀਤ ਦੱਸੋ, ਪਹਿਲਾਂ ਤਾਂ ਇਹ ਜੋ ਮੈਂ ਕਿਹਾ ਕੀ ਮੈਂ ਸਹੀ ਕਿਹਾ ਕਿ ਇਹ ਰਣਨੀਤੀ ਜੋ ਹੈ ਇਸ ਲਿਹਾਜ਼ ਨਾਲ ਘੜੀ ਗਈ ਹੈ ਮਹਾ ਪੰਚਾਇਤ? ਇਹਦੇ 'ਚ ਥੋੜਾ ਜਿਹਾ ਫਰਕ ਹੈ ਕਿ ਅਸਲ ਦੇ ਵਿੱਚ ਇਹਦੇ ਉੱਤੇ ਬੈਠ ਕੇ ਕੋਈ ਨਿੱਠ ਕੇ ਅਸੀਂ ਤੈਅ ਕਰਕੇ ਇਸ ਤਰ੍ਹਾਂ ਕੀਤਾ ਹੋਵੇ, ਐਸਾ ਨਹੀਂ ਹੋ ਸਕਿਆ। ਅਸਲ ਦੇ ਵਿੱਚ ਮਹਾ ਪੰਚਾਇਤਾਂ ਆਪਣੇ ਪੱਧਰ ਦੇ ਉੱਤੇ ਸ਼ੁਰੂ ਹੋ ਗਈਆਂ ਔਰ ਬਹੁਤ ਸਾਰੀਆਂ ਮਹਾ ਪੰਚਾਇਤਾਂ ਯੂਪੀ ਦੇ ਵਿੱਚ, ਹਰਿਆਣੇ ਦੇ ਵਿੱਚ ਤੁਸੀਂ ਦੇਖੀਆਂ ਹੋਣਗੀਆਂ, ਉਹ ਚੱਲ ਰਹੀਆਂ ਨੇ, ਰਾਜਸਥਾਨ ਦੇ ਵਿੱਚ ਚੱਲ ਰਹੀਆਂ ਨੇ ਜੀ। ਉਹ ਉਹਨਾਂ ਵਾਸਤੇ ਇੱਕ ਬਹੁਤ ਨੈਚੁਰਲ ਤੇ ਟ੍ਰੈਡੀਸ਼ਨ ਗੱਲ ਹੈ। ਪੰਜਾਬ ਦੇ ਵਿੱਚ ਸਾਡੇ ਜਥੇਬੰਦੀਆਂ ਦੀਆਂ ਕਾਨਫਰੰਸਾਂ ਜਾਂ ਸਾਡੇ ਸਰਬੱਤ ਖਾਲਸੇ ਹੁੰਦੇ ਸੀ। ਹਾਂ ਜੀ। ਤੋ ਪੰਜਾਬ 'ਚ ਅਸੀਂ ਇਸ ਕਿਸਮ ਦੀ ਕੋਈ ਪਲੈਨਿੰਗ ਨਹੀਂ ਕੀਤੀ, ਲੇਕਿਨ ਇਹ ਹੋਇਆ ਕਿ ਉਹਨਾਂ ਨੂੰ ਦੇਖੋ ਦੇਖ ਪੰਜਾਬ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਕੁਝ ਸੰਗਠਨਾਂ ਨੇ ਆਪਣੇ ਆਪ ਕੋਸ਼ਿਸ਼ਾਂ ਕੀਤੀਆਂ, ਜਿਵੇਂ ਕੁਝ ਪੰਚਾਇਤ ਯੂਨੀਅਨਾਂ ਨੇ ਕੀਤੀ ਤੇ ਕੁਝ ਈਵਨ ਜਗਰਾਵਾਂ ਦੇ ਵਿੱਚ ਕੁਝ ਲੋਕਲ ਕਿਸਾਨ ਯੂਨੀਅਨਾਂ ਨੇ ਮਿਲ ਕੇ ਜਾਂ ਆੜਤੀ ਐਸੋਸੀਏਸ਼ਨ ਜਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਇਹ ਜਿਹੀਆਂ ਚੀਜ਼ਾਂ ਪਲੈਨਿੰਗ ਕੀਤੀ। ਤੇ ਚੰਡੀਗੜ੍ਹ ਵਾਲੀ ਦੀ ਜੇ ਮੈਂ ਗੱਲ ਕਰਾਂ ਤਾਂ ਚੰਡੀਗੜ੍ਹ 'ਚ ਇੱਕ ਨੌਜਵਾਨ ਕਿਸਾਨ ਏਕਤਾ ਮੰਚ ਬਣਿਆ। ਇਹ ਬਣਿਆ ਵੀ ਇਸੇ ਦੌਰਾਨ ਹੀ, ਜਿਹੜੇ ਨੌਜਵਾਨ ਚੌਂਕਾਂ ਦੇ ਵਿੱਚ ਖੜੇ ਹੁੰਦੇ ਨੇ ਰੋਜ਼ ਸ਼ਾਮ ਨੂੰ, ਉਹਨਾਂ ਦੀ ਗਿਣਤੀ ਕਾਫੀ ਵੱਡੀ ਹੈ ਤੇ ਉਹ ਸਾਰੇ ਨੌਜਵਾਨ ਆਪਸ ਦੇ ਵਿੱਚ ਹੌਲੀ WhatsApp ਗਰੁੱਪਾਂ ਦੇ ਥਰੂ ਆਰਗੇਨਾਈਜ਼, ਮਤਲਬ ਨਵਾਂ ਜਿਹਾ ਕਿਸਮ ਦਾ ਫਿਨੋਮੀਨਾ ਇਹ, ਉਹ ਆਰਗੇਨਾਈਜ਼ ਹੋ ਗਏ ਤੇ ਉਹਨਾਂ ਨੇ ਦੂਜੀਆਂ ਪੰਚਾਇਤਾਂ ਨੂੰ ਦੇਖਦੇ ਹੋਏ ਇੱਥੇ ਦੀ ਪੰਚਾਇਤ ਆਰਗੇਨਾਈਜ਼ ਕਰਨ ਦਾ ਫੈਸਲਾ ਕੀਤਾ। ਜਿੱਥੇ ਤੱਕ ਸਾਡਾ ਸਵਾਲ ਹੈ, ਮੋਰਚੇ ਦੀ ਪੋਜੀਸ਼ਨ ਹੈ, ਮੋਰਚੇ ਨੇ ਤੈਅ ਕੀਤਾ ਕਿ ਘੱਟੋ ਘੱਟ ਆਪਾਂ ਮੇਨ ਲੀਡਰਸ਼ਿਪ ਇਹਨਾਂ 'ਚ ਨਾ ਲੱਗੇ। ਜੇ ਅਸੀਂ ਲੱਗਦੇ ਹਾਂ ਤਾਂ ਉਹਦੇ ਨਾਲ ਸਾਡਾ ਉੱਥੇ ਜ਼ੋਰ ਜਾਂ ਫੋਕਸ ਸ਼ਿਫਟ ਹੁੰਦਾ ਹੈ। ਇਹਦੇ ਕਰਕੇ ਅਸੀਂ ਇਹ ਤੈਅ ਕੀਤਾ ਕਿ ਜੇ ਮੰਨ ਲਓ ਲੋਕਲ ਕੋਈ ਕਰ ਰਹੇ ਨੇ ਤੇ ਉਹ ਆਪਣੇ ਪੱਧਰ ਦੇ ਉੱਤੇ ਆਰਗੇਨਾਈਜ਼ ਕਰ ਰਿਹਾ ਤਾਂ ਉਹਨਾਂ ਦੇ ਐਫਰਟਸ ਤਾਂ ਲਾਜ਼ਮੀ ਹੈ। ਹਰੇਕ ਦੇ ਐਫਰਟ ਦੇ ਨਾਲ ਇਹ ਮੂਵਮੈਂਟ ਬਣੀ ਹੈ, ਕਿਸੇ ਇਕੱਲੇ ਦੇ ਐਫਰਟ ਨਾਲ ਨਹੀਂ ਬਣੀ। ਸੋ ਉਹਨਾਂ ਦੇ ਐਫਰਟਸ ਦੇ ਨਾਲ ਇਹ ਹੋ ਰਿਹਾ ਹੈ ਤੇ ਲਾਜ਼ਮੀ ਹੈ ਇਸ ਐਫਰਟ ਦਾ ਸਾਡੀ ਮੂਵਮੈਂਟ ਨੂੰ ਬਹੁਤ ਵੱਡਾ ਫਾਇਦਾ ਹੋਏਗਾ। ਦਿੱਲੀ ਦੇ ਮੋਰਚੇ ਨੂੰ ਲਗਾਤਾਰ ਮਗਦਾ ਰੱਖਣਾ, ਇਹ ਇਹਨਾਂ ਕਾਨਫਰੰਸਾਂ ਦੇ ਰਾਹੀਂ ਵੀ ਮੈਨੂੰ ਤੇ ਲੱਗਦਾ ਹੈ ਕਿ ਇਹ ਹੋ ਰਿਹਾ ਹੈ। ਬੜਾ ਜ਼ਬਰਦਸਤ। ਇਹ ਬੜੀ ਖੂਬਸੂਰਤ ਤੇ ਬੜੀ ਹੀ ਰੌਚਕ ਗੱਲ ਹੈ ਕਿ ਜੋ ਇਹ ਮਹਾ ਪੰਚਾਇਤ ਚੰਡੀਗੜ੍ਹ ਦੇ ਵਰਗੇ ਸ਼ਹਿਰ ਦੇ ਵਿੱਚ ਜਾਂ ਜਿੱਥੇ ਕਿ ਪੰਚਾਇਤਾਂ ਵੈਸੇ ਹੀ ਖਤਮ ਨੇ, ਕਿਉਂਕਿ ਬਹੁਤ ਸਾਰੇ ਚੰਡੀਗੜ੍ਹ ਦੇ ਪਿੰਡ ਉਜਾੜ ਕੇ ਤਾਂ ਵੈਸੀ ਸੈਕਟਰ ਬਣ ਗਏ ਸੀ। ਬਾਅਦ ਚ ਦੁਬਾਰਾ ਰੂਲਿੰਗ ਚੇਂਜ ਹੋਈ, ਜੋ ਦੂਜੇ ਫੇਜ਼ 'ਚ 34 ਸੈਕਟਰ, ਪਹਿਲਾਂ ਚੰਡੀਗੜ੍ਹ 22 ਸੈਕਟਰ 20 ਸੈਕਟਰ ਤੱਕ ਸੀ, ਉਸ ਤੋਂ ਬਾਅਦ ਚੰਡੀਗੜ੍ਹ ਜਿਹੜਾ ਉਸ ਤੋਂ ਬਾਅਦ 34 ਸੈਕਟਰ 35 ਸੈਕਟਰ 45 ਸੈਕਟਰ 46 ਸੈਕਟਰ 47 48 ਇਹ ਸਾਰੇ ਬਾਅਦ ਚ ਬਣੇ ਨੇ। ਜਦੋਂ ਦੂਜੀ ਵਾਰ ਫਿਰ ਇਦਾਂ ਦੀ ਰੂਲਿੰਗ ਆ ਗਈ ਸੀ ਕਿ ਪੰਚਾਇਤ ਇਹਨਾਂ ਨੂੰ ਪਿੰਡ ਛੱਡਣੇ ਪੈ ਗਏ ਸੀ। ਬੜੈਲ ਪਿੰਡ ਸੀ, ਬੁਟਰੇਲਾ ਪਿੰਡ ਹੈ ਜਾਂ ਹੋਰ ਹੀ ਕਿੰਨੇ ਇਸ ਤਰ੍ਹਾਂ ਦੇ ਆਪਣੀ ਹੋਂਦ ਬਰਕਰਾਰ ਹੈ, ਪਰ ਪੰਚਾਇਤ ਦਾ ਨਾਮ ਦਾ ਕਨਸੈਪਟ ਚੰਡੀਗੜ੍ਹ ਦੇ ਉਸ ਚੋਂ ਖਤਮ ਹੋ ਗਿਆ ਸੀ। ਆਖਰੀ ਬਲੋਆ ਹੁਣੇ ਪਿਛਲੇ ਸਾਲ ਹੀ ਦਿੱਤਾ ਗਿਆ ਇਸ ਨੂੰ। ਹਾਂ, ਮਲੋਆ ਜਿਹੜਾ ਸੀ ਜੀ। ਸੋ ਇਹ ਜੋ ਨਿਰੋਲ ਇਹ ਪੰਚਾਇਤ ਚੰਡੀਗੜ੍ਹ ਦੇ ਉਹਨਾਂ ਨੌਜਵਾਨਾਂ ਨੇ ਜੋ ਪੰਜਾਬ, ਹਰਿਆਣਾ, ਹਿਮਾਚਲ ਚੋਂ ਇੱਥੇ ਨੌਕਰੀ ਕਰਦੇ ਨੇ, ਪੜ੍ਹਾਈ ਕਰਨ ਆਉਂਦੇ ਨੇ, ਉਹਨਾਂ ਵੱਲੋਂ ਜਿਹੜੀ ਰਚੀ ਗਈ ਪੰਚਾਇਤ ਹੈ, ਜਿਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਕਿਸਾਨ ਅੰਦੋਲਨ ਸਿਰਫ ਕਿਸਾਨਾਂ ਤੱਕ ਹੀ ਮਹਦੂਦ ਨਹੀਂ ਹੈ। ਕਿਸਾਨ ਅੰਦੋਲਨ ਨੂੰ ਹਰ ਵਰਗ ਨੇ ਆਪਣੇ ਕਲਾਵੇ 'ਚ ਲੈ ਲਿਆ ਤੇ ਜਿਸ ਅੰਦੋਲਨ ਨੂੰ ਦੇ ਅੱਗੇ ਨੌਜਵਾਨ ਲੱਗ ਜੇ ਜਾਂ ਨੌਜਵਾਨ ਆਪਣੇ ਆਪ ਜਿਹੜਾ ਹੈਗਾ ਆਪਣੇ ਆਗੂਆਂ ਨੂੰ ਸੱਦਾ ਦੇਣ ਲੱਗ ਜੇ ਕਿ ਆਓ ਜੀ ਅਸੀਂ ਇਕੱਠੇ ਹੁੰਨੇ ਆ, ਅਸੀਂ ਤੁਹਾਡੇ ਵਿਚਾਰ ਸੁਣਨੇ ਨੇ, ਉਹ ਅੰਦੋਲਨ ਬਹੁਤ ਮਹਾਨ ਹੋ ਜਾਂਦਾ ਹੈ। ਚੰਡੀਗੜ੍ਹ ਦੀ ਪੰਚਾਇਤ ਤੋਂ ਬਾਅਦ ਆਪਾਂ ਫੋਕਸ ਸ਼ਿਫਟ ਕਰਦੇ ਹਾਂ ਦਿੱਲੀ 'ਚ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੀ ਲੱਗ ਰਿਹਾ ਹੈ ਕਿ ਤੁਸੀਂ ਵੀ ਅਕਸਰ ਜ਼ਿਕਰ ਕਰਦੇ ਹੋ ਗੱਲਾਂ ਬਾਤਾਂ 'ਚ ਕਿ ਲੋਕਾਂ 'ਚ ਪ੍ਰਭਾਵ ਜਾ ਰਿਹਾ ਕਿ ਅੰਦੋਲਨ ਮੱਠਾ ਪੈ ਰਿਹਾ, ਜਾਂ ਸਰਕਾਰ ਇਸ ਫਾਰਮੂਲੇ ਤੇ ਚੱਲ ਰਹੀ ਹੈ ਕਿ ਇੱਕ ਵਾਰ ਵਾਢੀ ਦੇ ਸੀਜ਼ਨ ਦਾ ਪ੍ਰੈਸ਼ਰ ਕਿਸਾਨਾਂ ਤੇ ਆਵੇ, ਬੱਚਿਆਂ ਦੀ ਪੜ੍ਹਾਈਆਂ ਦਾ ਪ੍ਰੈਸ਼ਰ ਕਿਸਾਨਾਂ ਤੇ ਆਵੇ, ਹੋਰ ਘਰੇਲੂ ਪ੍ਰੈਸ਼ਰ ਕਿਸਾਨਾਂ ਤੇ ਆਣ ਜਾਂ ਉਹਨਾਂ ਲੋਕਾਂ ਤੇ ਆਣ ਜਿਹੜੇ ਮੋਰਚੇ 'ਚ ਬੈਠੇ ਨੇ, ਤਾਂ ਕਿ ਹੌਲੀ ਹੌਲੀ ਫਿਰ ਸ਼ਿਫਟ ਹੋਣਾ ਸ਼ੁਰੂ ਹੋਣ? ਕੀ ਲੱਗਦਾ ਹੈ? ਦੇਖੋ, ਇੱਕ ਗੱਲ ਕਿ ਇਹ ਬਹੁਤ ਵੱਡਾ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਪ੍ਰਚਾਰ ਹੈ, ਜਿਹਦਾ ਸਬੂਤ ਵੀ ਪਰਸੋਂ ਮਿਲਿਆ ਕਿ ਬਕਾਇਦਾ ਬੰਦਿਆਂ ਨੂੰ
ਰਿਫਿਊਟ ਕਰਕੇ ਭੇਜਿਆ ਗਿਆ ਇੱਕ ਨੈਸ਼ਨਲ ਮੀਡੀਆ ਹਾਊਸ ਨੇ ਕਿ ਤੁਸੀਂ ਜਾ ਕੇ ਸਪੈਸ਼ਲੀ ਐਸੇ ਤਸਵੀਰਾਂ ਲੱਭ ਕੇ ਲਿਆਓ ਜਿਹੜੀਆਂ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਸਪੇਸ ਖਾਲੀ ਦਿਖੇ ਤਾਂ ਕਿ ਦਿਖਾਇਆ ਜਾ ਸਕੇ ਕਿ ਸਾਰਾ ਕੁਝ ਖਾਲੀ ਹੋ ਗਿਆ। ਸੋ ਉਹ ਮਤਲਬ ਕੋਸ਼ਿਸ਼ ਜਿਹੜੀ ਹੈ ਸੋਚੀ ਸਮਝੀ ਸਾਜ਼ਿਸ਼ ਹੈ ਤੇ ਉਹਦਾ ਜਵਾਬ ਕੀ ਦਿੱਤਾ ਜਾ ਸਕਦਾ? ਉਹਦਾ ਜਵਾਬ ਮੈਂ ਸਮਝਦਾ ਜਗਰਾਉਂ ਵਾਲੀ ਮਹਾਪੰਚਾਇਤ ਨੇ ਦਿੱਤਾ। 50,000 ਦੇ ਕਰੀਬ ਜਿਹੜੇ ਨੇ ਲੋਕ ਉਹ ਆਪ ਮੁਹਾਰੇ ਜਾਂ ਸੱਦੇ ਦੇ ਉੱਤੇ ਪਹੁੰਚੇ ਉੱਥੇ। ਇਹਦਾ ਸਬੂਤ ਸਾਡਾ ਭਿੱਖੀ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਹੈਗਾ ਉਹ ਇਲਾਕੇ ਦੇ ਲੋਕਾਂ ਨੇ ਕੀਤਾ ਤੇ ਅੱਜ ਵੀ ਮੈਂ ਸਮਝਦਾ ਚੰਡੀਗੜ੍ਹ ਵਾਲੀ ਮਹਾਪੰਚਾਇਤ ਦੇ ਵਿੱਚ ਵੀ ਇਹ ਸਾਨੂੰ ਦੇਖਣ ਨੂੰ ਮਿਲੇਗਾ। ਸੋ ਅਸੀਂ ਇਸ ਨੂੰ ਜ਼ਮੀਨ ਦੇ ਉੱਤੇ ਜਾ ਕੇ ਪਹਿਲੀ ਗੱਲ ਤਾਂ ਉਹਨਾਂ ਦੇ ਪ੍ਰੋਪੇਗੈਂਡਾ ਨੂੰ ਰਿਫਿਊਟ ਕਰ ਰਹੇ ਹਾਂ। ਦੂਜੀ ਗੱਲ ਕਿ ਇਹ ਠੀਕ ਹੈ ਕਿ ਕਿਸਾਨਾਂ ਨੇ ਆਪਣੇ ਹੋਰ ਕੰਮ ਵੀ ਕਰਨੇ ਨੇ, ਬਹੁਤ ਸਾਰੇ ਲੋਕਾਂ ਨੇ ਹੋਰ ਕੰਮ ਵੀ ਕਰਨੇ ਨੇ, ਲੇਕਿਨ ਜਿਹੜਾ ਇਹ ਮਸਲਾ ਹੈ ਨਾ ਜ਼ਮੀਨ ਦਾ ਮਸਲਾ, ਰੋਟੀ ਦਾ ਮਸਲਾ, ਇਹ ਐਡਾ ਕੁ ਬੁਨਿਆਦੀ ਹੈ ਕਿ ਸਾਨੂੰ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਕੰਮ ਆ ਜਾਵੇ, ਕੋਈ ਘਰਾਂ ਦੇ ਵਿੱਚ ਲੋਕਾਂ ਦੇ ਵਿਆਹ ਆਏ ਨੇ ਪਿਛਲੇ ਦਿਨਾਂ 'ਚ, ਲੋਕਾਂ ਨੇ ਉਹ ਵੀ ਐਡਜਸਟ ਕੀਤੇ ਨੇ, ਉਹਦੇ ਬਾਵਜੂਦ ਲੋਕਾਂ ਨੇ ਆਪਣੀ ਹਾਜ਼ਰੀ ਘਟਾਈ ਨਹੀਂ ਮੋਰਚੇ ਤੋਂ। ਸੋ ਸਾਨੂੰ ਪੂਰਾ ਮਾਣ ਹੈ ਇਸ ਗੱਲ ਦੇ ਉੱਤੇ ਕਿ ਘੱਟੋ ਘੱਟ ਪੰਜਾਬ, ਹਰਿਆਣਾ, ਯੂਪੀ ਦੇ ਲੋਕ, ਜਿਹੜੇ ਰਾਜਸਥਾਨ ਦੇ ਲੋਕ ਜਿਹੜੇ ਬਹਿ ਗਏ ਨੇ ਜੰਮ ਕੇ, ਜਿਨ੍ਹਾਂ ਨੂੰ ਗੱਲ ਸਮਝ ਆ ਗਈ, ਇਹ ਤਾਂ ਹਿਲਦੇ ਨਹੀਂ। ਸਗੋਂ ਜਦੋਂ ਤੋਂ ਅਸੀਂ ਗਏ ਆ 26 ਤਰੀਕ ਤੋਂ ਲਾ ਲਈਏ, ਜਦੋਂ ਤੋਂ ਅਸੀਂ ਉੱਥੇ ਗਏ ਆ 26 ਨਵੰਬਰ ਤੋਂ ਲੈ ਕੇ ਅੱਜ ਤੱਕ ਜੇ ਤੁਸੀਂ ਗ੍ਰਾਫਿਕਲੀ ਪਲਾਟ ਕਰੋ ਤਾਂ ਸਾਡਾ ਦਾਇਰਾ ਲਗਾਤਾਰ ਵੱਧਦਾ ਚਲਾ ਗਿਆ। ਕਦੀ ਹਲੇ ਤੱਕ ਕੋਈ ਫਲੈਟ ਨਹੀਂ ਹੋਈ ਕਰਵ, ਨਾ ਹੀ ਡਾਊਨ ਆਈ ਹੈ, ਇਹ ਲਗਾਤਾਰ ਵਧਿਆ। ਤੁਸੀਂ ਇਹ ਵੀ ਦੇਖੋ ਅੰਦੋਲਨ ਦੇ ਵਿੱਚ ਲਗਾਤਾਰ ਨਵੇਂ ਮੁੱਦੇ, ਨਵੇਂ ਡਾਇਮੈਂਸ਼ਨਾਂ ਜੁੜੀਆਂ ਨੇ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਗ੍ਰੇਟਾ ਥਨਬਰਗ ਨੇ ਜਦੋਂ ਸਾਡੇ ਅੰਦੋਲਨ ਦੇ ਉੱਤੇ ਦੁਨੀਆ ਦਾ ਧਿਆਨ ਖਿੱਚਿਆ ਤਾਂ ਦੇਖਣ ਨੂੰ ਕੀ ਮਿਲਿਆ ਕਿ ਉਹਨਾਂ ਨੇ এনवायरमेंटਲ ਐਂਗਲ ਤੋਂ ਇਸ ਗੱਲ ਨੂੰ ਚੱਕਿਆ ਕਿ ਜੇ ਕਿਸਾਨੀ ਨਹੀਂ ਰਹੂਗੀ ਤੇ এনवायरमेंट ਨਹੀਂ ਰਹੇਗਾ। ਅੱਜ ਉਹਨਾਂ ਨੇ ਡੈਮੋਕ੍ਰੇਸੀ ਦੇ ਐਂਗਲ ਤੋਂ ਵੀ ਦੁਬਾਰਾ ਚੁੱਕਿਆ। ਬਿਲਕੁਲ। ਸੋ ਡੈਮੋਕ੍ਰੇਸੀ ਦਾ ਸਵਾਲ ਰਿਹਾਨਾ ਨੇ ਟਵੀਟ ਕੀਤਾ ਤਾਂ ਉਹਨੇ ਇਸ ਗੱਲ ਦੇ ਉੱਤੇ ਕੀਤਾ ਕਿ ਦੇਖੋ ਸਾਨੂੰ ਧਿਆਨ ਦੇਣਾ ਪਏਗਾ ਇੰਟਰਨੈਟ ਆਊਟੇਜ, ਉਹਦੇ ਤੇ ਉਹਨਾਂ ਨੇ ਧਿਆਨ ਦਿਵਾਇਆ। ਯੂਨਾਈਟਿਡ ਨੇਸ਼ਨਸ ਦਾ ਬਕਾਇਦਾ ਰੈਜ਼ੋਲੂਸ਼ਨ ਹੈ ਇਹਦੇ ਉੱਤੇ, ਜਨਰਲ ਅਸੈਂਬਲੀ ਦਾ 2018 ਦਾ। ਸੋ ਇਹ ਸਾਰੀਆਂ ਡਾਇਮੈਂਸ਼ਨਾਂ ਜਿਹੜੀਆਂ ਨੇ ਲਗਾਤਾਰ ਐਡ ਹੋ ਰਹੀਆਂ ਨੇ। ਪਿਛਲੇ ਦਿਨੀ ਮੈਨੂੰ ਪਤਾ ਲੱਗਿਆ ਕਿ ਇੰਗਲੈਂਡ ਦੀ ਇੱਕ ਦਿਓਲ ਫਾਊਂਡੇਸ਼ਨ ਨੇ ਇੱਕ ਪਟੀਸ਼ਨ ਮੂਵ ਕੀਤੀ। ਉਹ ਮੂਵ ਕੀਤੀ ਹੈ ਯੂਨਾਈਟਿਡ ਨੇਸ਼ਨਸ ਦੇ ਨਾਂ ਦੇ ਉੱਤੇ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਹਿਊਮਨ ਰਾਈਟਸ ਜਿਹੜੀਆਂ ਵਾਇਲੇਸ਼ਨਸ ਨੇ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ, ਖਾਸ ਤੌਰ ਤੇ ਮੋਰਚਿਆਂ ਦੇ ਉੱਤੇ ਕਰ ਰਹੀ ਹੈ। ਜਿਵੇਂ ਦੇਖਣ ਨੂੰ ਮਿਲਿਆ ਕਿ ਪੱਤਰਕਾਰਾਂ ਨੂੰ ਗ੍ਰਿਫਤਾਰ ਉੱਥੋਂ ਕੀਤਾ ਗਿਆ, ਉਹਨਾਂ ਨੂੰ ਚੁੱਕ ਲਿਆ ਗਿਆ, ਕੇਸ ਉਹਨਾਂ ਤੇ ਦਰਜ ਕਰ ਦਿੱਤੇ ਗਏ, ਪੁਲਿਸ ਨੇ ਮਾਰਿਆ ਵੀ ਉਹਨਾਂ ਨੂੰ, ਹੈਲਥ ਵਰਕਰਸ ਨੂੰ ਉੱਥੇ ਕੁੱਟਿਆ ਮਾਰਿਆ ਗਿਆ। ਸੋ ਇਸ ਕਿਸਮ ਦਾ ਆਰਟਿਸਟ ਨੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਹੈ। ਇੰਟਰਨੈਟ ਦੇ ਉੱਤੇ ਜਿਹੜੇ ਗੱਲਬਾਤ ਕਰਦੇ ਨੇ ਕਮਿਊਨੀਕੇਟਰਸ ਨੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਹੈ। ਸੋ ਜਦੋਂ ਇਹ ਸਾਰਾ ਕੁਝ ਹੋਣ ਲੱਗਿਆ ਤਾਂ ਉਹਨਾਂ ਨੇ ਆਧਾਰ ਬਣਾਇਆ ਇਸ ਗੱਲ ਦਾ ਕਿ UN ਸ਼ੁੱਡ ਇੰਟਰਫੇਅਰ। UN ਨੂੰ ਇੰਟਰਫੇਅਰ ਕਿਵੇਂ ਕਰਨਾ ਚਾਹੀਦਾ? ਉਹ ਕਹਿੰਦੇ ਆਬਜ਼ਰਵੇਸ਼ਨ ਪੋਸਟ ਤਿੰਨੇ ਹੀ ਬਾਰਡਰਸ ਦੇ ਉੱਤੇ ਸਥਾਪਿਤ ਕਰਨੀ ਚਾਹੀਦੀ ਹੈ ਯੂਨਾਈਟਿਡ ਨੇਸ਼ਨਸ ਨੂੰ। ਇਸ ਕਿਸਮ ਦੀ ਇੱਕ change.org ਦੇ ਉੱਤੇ ਪਟੀਸ਼ਨ ਮੂਵ ਹੋ ਚੁੱਕੀ ਹੈ। ਬਹੁਤ ਵੱਡੀ ਗਿਣਤੀ 'ਚ ਲੋਕ ਹਿੰਦੁਸਤਾਨ 'ਚੋਂ, ਵਿਦੇਸ਼ਾਂ 'ਚੋਂ ਸਾਈਨ ਕਰ ਰਹੇ ਨੇ ਉਸ ਨੂੰ। ਸੋ ਅਸੀਂ ਵੀ ਇਹ ਡਿਮਾਂਡ ਉਠਾਈਏ, ਮੈਂ ਸਮਝਦਾ ਸਾਰੇ ਉਠਾਈਏ ਰਲ ਕੇ, ਕਿ ਜਦੋਂ ਤੱਕ ਇਹ ਅੰਦੋਲਨ ਜਾਰੀ ਹੈ ਬਾਰਡਰਾਂ ਦੇ ਉੱਤੇ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਿਗਾਹ ਰਹਿਣੀ ਚਾਹੀਦੀ ਹੈ ਇਸ ਅੰਦੋਲਨ ਦੇ ਉੱਤੇ। ਕਦੀ ਵੀ ਹਿੰਦੁਸਤਾਨ ਦੀ ਜਿਸ ਕਿਸਮ ਦੀ ਸਰਕਾਰ ਦਾ ਰਿਕਾਰਡ ਹੈ, ਉਸ ਕਿਸਮ ਦੇ ਰਿਕਾਰਡ ਦੇ ਤਹਿਤ ਅਸੀਂ ਸਮਝਦੇ ਹਾਂ ਸਰਕਾਰ ਕਦੀ ਵੀ ਗ੍ਰੇਵ ਵਾਇਲੇਸ਼ਨ ਆਫ ਹਿਊਮਨ ਰਾਈਟਸ ਉੱਥੇ ਕਰ ਸਕਦੀ ਹੈ ਅੰਦੋਲਨ ਨੂੰ ਕੁਚਲਣ ਵਾਸਤੇ। ਸੋ ਅਨਨੈਸੈਸਰੀ ਯੂਜ਼ ਆਫ ਫੋਰਸ ਉੱਥੇ ਕਰ ਸਕਦੀ ਹੈ, ਇੰਟਰਨੈਟ ਉੱਥੋਂ ਬੰਦ ਕਰ ਸਕਦੀ ਹੈ, ਪੱਤਰਕਾਰਾਂ ਨੂੰ ਉੱਥੇ ਚੱਕ ਸਕਦੀ ਹੈ। ਸੋ ਇਸ ਕਿਸਮ ਦੀ ਜਿਹੜੀ ਕੋਸ਼ਿਸ਼ ਹੈ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਉਹਨਾਂ ਨੇ ਸੂਏ ਲਾਤੇ ਸੀਗੇ। ਸੋ ਸੂਏ ਕੀ ਨੇ? ਉੱਥੋਂ ਦੀ ਕੋਈ ਲੰਘਦਾ, ਮਤਲਬ ਸੂਏ ਕਹਿਣ ਨੂੰ ਤਾਂ ਐ ਵੀ ਗੱਡੀਆਂ ਦੇ ਟਾਇਰ ਫਟਣਗੇ, ਲੇਕਿਨ ਕੋਈ ਵਿਅਕਤੀ ਉਹਦੇ ਤੋਂ ਲੰਘੇਗਾ ਉਹ ਵੀ ਤਾਂ ਗੱਡ ਕੇ ਮਰੇਗਾ ਉਸ ਦੇ ਵਿੱਚ। ਸੋ ਇਸ ਕਿਸਮ ਦੀਆਂ ਹਰਕਤਾਂ ਜਿੱਥੋਂ ਦੀ ਸਰਕਾਰ ਲਗਾਤਾਰ ਕਰ ਰਹੀ ਹੋਵੇ ਉਹਦੇ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੋਕਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ। ਯੂਨਾਈਟਿਡ ਨੇਸ਼ਨਸ ਨੂੰ ਆਬਜ਼ਰਵੇਟਰੀ ਜਿਹੜੀ ਹੈ ਸਥਾਪਿਤ ਕਰਨੀ ਚਾਹੀਦੀ ਹੈ ਤਿੰਨੋਂ ਬਾਰਡਰ ਦੇ ਉੱਤੇ। ਸੋ ਨਵੀਆਂ ਡਾਇਮੈਂਸ਼ਨਸ ਘੋਲ ਦੇ ਵਿੱਚ ਐਡ ਹੋ ਰਹੀਆਂ ਨੇ। ਤੁਸੀਂ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਕੀਤੀ ਹੈ, ਤੁਸੀਂ ਇਹ ਵੀ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਨੇ ਜਿਹੜੀ ਹੈਗੀ ਹੈ ਮਹਾਪੰਚਾਇਤ ਸੱਦੀ ਹੈ, ਪਰ ਨੌਜਵਾਨ ਦਾ ਇੱਕ ਖਤਰਾ ਇਹ ਹੁੰਦਾ ਹੈ, ਕਹਿ ਲਓ ਨੌਜਵਾਨ ਦੀ ਇੱਕ ਪ੍ਰਵਿਰਤੀ ਇਹ ਹੁੰਦੀ ਹੈ, ਨੌਜਵਾਨ ਬਹੁਤ ਜਲਦੀ ਜਿਹੜਾ ਹੈਗਾ ਗਰਮ ਖਿਆਲ ਵੱਲ ਭਾਰੂ ਹੁੰਦਾ ਹੈ, ਜਾਂ ਨੌਜਵਾਨ ਦੇ ਕੋਲ ਸਬਰ ਕਹਿ ਲਓ ਘੱਟ ਹੁੰਦਾ, ਜਾਂ ਨੌਜਵਾਨ ਦੇ ਕੋਲੇ ਕਹਿ ਲਓ ਕਿ ਨੌਜਵਾਨ ਬਹੁਤ ਜਲਦੀ ਹੱਲ ਚਾਹੁੰਦਾ ਹੁੰਦਾ, ਜਿਹਦਾ ਇੱਕ ਪ੍ਰਤੱਖ ਉਦਾਹਰਣ ਮਿਸਾਲ ਜਿਹੜੀ ਹੈਗੀ ਆ ਉਹ 26 ਜਨਵਰੀ ਦੀਆਂ ਘਟਨਾਵਾਂ ਜੋ ਲਾਲ ਕਿਲੇ ਦੀਆਂ ਨੇ। ਤੁਸੀਂ ਕੀ ਮੰਨਦੇ ਹੋ ਕਿ ਹੁਣ 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਅੰਦੋਲਨ ਮੁੜ ਕੇ ਡੈਮੇਜ ਕੰਟਰੋਲ ਕਰ ਗਿਆ ਜਾਂ ਡੈਮੇਜ ਹੋਇਆ ਹੀ ਨਹੀਂ ਸੀ? ਦੇਖੋ ਮੈਂ ਸਮਝਦਾ ਕਿ 26 ਜਨਵਰੀ ਨੇ ਥੋੜਾ ਜਿਹਾ ਡੈਂਟ ਕੀਤਾ ਸੀ ਸਾਨੂੰ। 26 ਜਨਵਰੀ ਦੇ ਵਿੱਚ ਵੀ ਕੁਝ ਵਿਸ਼ੇਸ਼ ਘਟਨਾਵਾਂ ਨੇ ਜਿਹੜੀਆਂ ਲਾਲ ਕਿਲੇ ਵਾਲੇ ਪਾਸੇ ਹੋਈਆਂ, ਜੋ ਐਗਰੀਡ ਰੂਟ ਸੀ। ਜੇ ਅਸੀਂ ਉਹਦੇ ਤੇ ਜਾਂਦੇ ਤਾਂ ਦੁਨੀਆ ਨੇ ਇੱਕ ਕੌਤਕ ਵਰਤਦਾ ਦੇਖਣਾ ਸੀ ਦਿੱਲੀ ਦੇ ਵਿੱਚ, ਜਦੋਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਨੇ ਸੱਚਮੁੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਰੂਪ 'ਚ ਸਾਹਮਣੇ ਆਉਣਾ ਸੀ। ਉਹ ਮਿਸ ਹੋ ਗਿਆ। ਉਹ ਉਸ ਕਿਸਮ ਦਾ ਜਿਸ ਕਿਸਮ ਦਾ ਸ਼ੋਅ ਹੋਣਾ ਸੀ ਉਸ ਤੋਂ ਅਟੈਂਸ਼ਨ ਲੋਕਾਂ ਦੀ ਡਾਇਵਰਟ ਹੋਈ ਉਹਨਾਂ ਘਟਨਾਵਾਂ ਵੱਲ ਜੋ ਲਾਲ ਕਿਲੇ ਵਾਪਰੀਆਂ। ਸੋ ਉਹ ਇੱਕ ਸਾਡਾ ਵੱਡਾ ਇੱਕ ਜਿਹੜਾ ਦੁਨੀਆ 'ਚ ਮੈਸੇਜ ਜਾਣਾ ਸੀਗਾ ਉਹ ਮਿਸ ਹੋਇਆ। ਠੀਕ ਹੈ, ਲੇਕਿਨ ਉਹ ਤਾਂ ਮੌਕੇ ਸਾਡੇ ਕੋਲ ਹੋਰ ਵੀ ਨੇ।
ਹੋਰ ਵੀ ਬਹੁਤ ਸਾਰੇ ਦੁਨੀਆ ਸਾਨੂੰ ਅੱਜ ਵੀ ਦੇਖ ਰਹੀ ਹੈ। ਅੱਜ ਵੀ ਦੁਨੀਆ ਪੱਧਰ ਦੇ ਵਿੱਚ ਪੰਜਾਬੀ ਲੋਕ ਜਿਹੜੇ ਬੈਠੇ ਨੇ ਉਹ ਸਾਡੇ ਤੇ ਲਗਾਤਾਰ ਨਿਗਾਹ ਉਹਨਾਂ ਨੇ ਰੱਖੀ ਹੋਈ ਹੈ, ਆਪਣੇ ਘਰ ਨੂੰ ਉਹ ਪੂਰਾ ਚਿੰਤਾ ਕਰ ਰਹੇ ਨੇ ਇਹਦੇ ਬਾਰੇ। ਸੋ ਉੱਥੋਂ ਸਾਨੂੰ ਕੋਈ ਖਤਰਾ ਨਹੀਂ। ਜਿੱਥੇ ਤੱਕ ਤੁਸੀਂ ਕਹਿੰਦੇ ਨੌਜਵਾਨਾਂ ਦੀ ਸ਼ਮੂਲੀਅਤ ਕਦੇ ਵੀ ਸਾਡੇ ਵਾਸਤੇ ਬੁਰੀ ਗੱਲ ਨਹੀਂ ਹੈ, ਹਮੇਸ਼ਾ ਚੰਗੀ ਗੱਲ ਹੈ। ਨੌਜਵਾਨਾਂ ਨੇ ਹੀ ਸਾਨੂੰ ਅੱਜ ਤੱਕ ਫਿਊਲ ਕੀਤਾ ਹੈ। ਇਹ ਅੰਦੋਲਨ ਨੌਜਵਾਨਾਂ ਨੇ ਫਿਊਲ ਕੀਤਾ ਹੈ। ਬਜ਼ੁਰਗਾਂ ਦਾ ਤਜਰਬਾ, ਠਰਮਾ ਉਹ ਵੀ ਕੰਮ ਆ ਰਿਹਾ ਹੈ, ਨੌਜਵਾਨਾਂ ਦਾ ਜੋਸ਼ ਹੋਸ਼ ਸਭ ਕੁਝ ਕੰਮ ਆ ਰਿਹਾ ਹੈ ਇਸ ਅੰਦੋਲਨ 'ਚ। ਜਿਹੜੀ ਇੰਪੋਰਟੈਂਟ ਗੱਲ ਹੈ ਕਿ ਇਹ ਹੈ ਇੱਕ ਆਲਮੋਸਟ ਕਿਸਾਨੀ ਇਨਕਲਾਬ ਵਰਗੀ ਕੋਈ ਚੀਜ਼ ਹੈ, ਜਿਹਦੇ 'ਚ ਕਿਸਾਨੀ ਦੀਆਂ ਸਾਰੀਆਂ ਪਰਤਾਂ ਹੇਠਾਂ ਤੱਕ ਪਿੰਡਾਂ ਤੋਂ ਲੋਕ ਉੱਠੇ ਆਏ। ਇੱਕ ਚਰਨਿੰਗ ਜਿਹੜੀ ਹੈਗੀ ਉਹ ਸਾਡੀ ਸੋਸਾਇਟੀ ਚੱਲ ਰਹੀ ਹੈ। ਸੋ ਮੈਂ ਜੋ ਮੇਰਾ ਪੁਆਇੰਟ ਜੋ ਹੈ ਕਿ ਕਿਸਾਨੀ ਇਨਕਲਾਬ ਜੇ ਅਸੀਂ ਕਹਿੰਦੇ ਹਾਂ ਤਾਂ ਇਨਕਲਾਬ ਐਸੀ ਚੀਜ਼ ਹੈ ਜਿਹੜੀ ਕਰਕੇ ਸਿੱਖੀ ਜਾਂਦੀ ਹੈ, ਸਿੱਖ ਕੇ ਨਹੀਂ ਕੀਤੀ ਜਾਂਦੀ। ਸੋ ਕਰਕੇ ਸਿੱਖ ਰਹੇ ਹਾਂ ਅਸੀਂ। ਦੂਜੇ ਪਹਿਲੂ 'ਚ ਇਹ ਹੈ ਕਿ ਇਹਨੂੰ ਕਿਸਾਨੀ ਇਨਕਲਾਬ, ਬਿਲਕੁਲ ਕਿਸਾਨੀ ਤੋਂ ਗੱਲ ਸ਼ੁਰੂ ਹੋਈ ਹੈ, ਰੋਟੀ ਤੋਂ ਗੱਲ ਸ਼ੁਰੂ ਹੋਈ ਹੈ, ਜ਼ਮੀਨ ਤੋਂ ਗੱਲ ਸ਼ੁਰੂ ਹੋਈ ਹੈ। ਕਿਸਾਨੀ ਇਨਕਲਾਬ ਇਹਨੂੰ ਕਹਿਣਾ ਬਿਲਕੁਲ ਢੁਕਵਾਂ ਤੁਸੀਂ ਇਹਨੂੰ ਵਿਸ਼ੇਸ਼ਣ ਦਿੱਤਾ, ਢੁਕਵਾਂ ਇਹਨੂੰ ਜਿਹੜਾ ਹੈਗਾ ਤੁਸੀਂ ਫਰੇਜ਼ ਦਿੱਤਾ ਹੈ। ਪਰ ਦੂਜੇ ਰੂਪ 'ਚ ਕਿਹਾ ਜਾ ਰਿਹਾ ਹੈ ਕਿ ਧਰਮ ਦੀ ਓਟ ਲੈ ਕੇ ਚੱਲਿਆ ਜਾਂਦਾ ਹੈ। ਕੇਸਰੀ ਨਿਸ਼ਾਨ ਸਾਹਿਬ ਉੱਥੇ ਲਾਣਾ ਜਿਹੜਾ ਹੈਗਾ ਉਹ ਇੱਕ ਲੋਕਾਂ ਨੂੰ ਤੁਸੀਂ ਫਿਊਲ ਦੀ ਗੱਲ ਕੀਤੀ ਹੈ, ਨੌਜਵਾਨ ਫਿਊਲ ਦੀ ਗੱਲ ਕੀਤੀ ਹੈ, ਲੋਕਾਂ ਨੂੰ ਉਹ ਫਿਊਲ ਵੀ ਚਾਹੀਦਾ ਹੁੰਦਾ ਹੈ। ਤਾਂ ਉਸ ਚੀਜ਼ ਨੂੰ ਲੈ ਕੇ ਤੁਹਾਡੇ ਆਗੂਆਂ ਦੇ ਉੱਤੇ ਬੜੇ ਵੱਡੇ ਅਟੈਕ ਹੋ ਰਹੇ ਨੇ, ਕੌਮਾਂਤਰੀ ਪੱਧਰ ਤੇ ਹੋ ਰਹੇ, ਡਾਇਸਪੋਰਾ 'ਚ ਹੋ ਰਹੇ ਨੇ। ਮੈਂ ਆਖਰੀ ਸਵਾਲ ਹੈ, ਮੈਨੂੰ ਪਤਾ ਤੁਹਾਡਾ ਸਮਾਂ ਬੜਾ ਕੀਮਤੀ ਹੈ, ਮਹਾਪੰਚਾਇਤ ਦਾ ਸਾਰਾ ਜਿੰਮਾ ਤੁਹਾਡੇ ਦੇ ਉੱਤੇ ਹੈਗਾ, ਤਾਂ ਉਸ ਚੀਜ਼ ਨੂੰ ਤੁਸੀਂ ਹੁਣ ਕਿਸ ਦ੍ਰਿਸ਼ਟੀਕੋਣ ਤੋਂ ਲੈ ਰਹੇ ਹੋ? ਦੇਖੋ ਉਹਦੇ 'ਚ ਉਹ ਇੱਕ ਸਾਡਾ ਐਸਾ ਪਹਿਲੂ ਹੈ ਜਿਸ ਨੂੰ ਅਸੀਂ ਨਹੀਂ ਛੱਡ ਸਕਦੇ, ਦੇਖੋ ਮੈਂ ਨਹੀਂ ਅਣਦੇਖਾ ਬਿਲਕੁਲ ਨਹੀਂ। ਸੱਚਾਈ ਕੀ ਹੈ, ਜਿੰਨੀ ਵਾਰੀ ਮੈਂ ਬੋਲਦਾ ਮੈਂ ਆਪਣੇ ਹਰ ਭਾਸ਼ਣ ਦੇ ਵਿੱਚ, ਚਾਹੇ ਟਿੱਕਰੀ ਹੋਵੇ, ਸਿੰਘੂ ਹੋਵੇ, ਚਾਹੇ ਅੱਜ ਹੋਣਾ ਮਹਾਪੰਚਾਇਤ 'ਚ, ਹਰ ਚੀਜ਼ ਹਰ ਮਾਮਲੇ ਦੇ ਵਿੱਚ ਮੈਂ ਇੱਕ ਅੰਤ ਦੇ ਵਿੱਚ ਜਿਹੜੇ ਦੋ ਨਾਰੇ ਨੇ, ਦੋ ਤਰੀਕੇ ਦੇ ਨਾਰੇ। ਇੱਕ ਉਹ ਜੋ ਸਾਡੇ ਨਿਸ਼ਾਨਿਆਂ ਨੂੰ ਸਪਸ਼ਟ ਕਰਦਾ, ਇੱਕ ਨਾਰਾ ਜਿਹਨੂੰ ਅਸੀਂ ਕਹਿੰਦੇ ਵੀ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿਵੇਂ ਕਿ ਇਹ ਕਾਰਪੋਰੇਟ ਕੰਪਨੀਆਂ ਦੇ ਨਾਲ ਟੱਕਰ ਹੈ। ਸੋ ਇੱਕ ਤਾਂ ਉਸ ਗੱਲ ਨੂੰ ਭਗਤ ਸਿੰਘ ਨੇ ਸਾਨੂੰ ਉਹ ਨਾਰਾ ਦਿੱਤਾ ਵੀ ਬਈ ਇਹ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ। ਸੋ ਇੱਕ ਤਾਂ ਉਹ ਗੱਲ, ਤੇ ਦੂਜਾ ਸਾਡਾ ਜਿਹੜਾ ਬੋਲਾ ਹੈ ਜਿਹਦੇ ਚੋਂ ਸਾਨੂੰ ਕਹਿ ਲਓ ਸਪਿਰਿਚੁਅਲ ਫੋਰਸ ਮਿਲਦੀ ਹੈ ਡਟੇ ਰਹਿਣ ਦੀ, ਜਿਹੜਾ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਦੋਨੋਂ ਲਾਉਂਦੇ ਹਾਂ ਅਸੀਂ। ਇਸ ਗੱਲ ਨੂੰ ਅਸੀਂ ਸਮਝਦੇ ਹਾਂ ਦੋਨਾਂ ਦਾ ਆਪਦਾ ਮਹੱਤਵ ਹੈ। ਇੱਕ ਹੈ ਜਿਹੜਾ ਸਾਡਾ ਇੱਥੇ ਇਸ ਮੌਕੇ ਦਾ ਕਾਰ ਵਿਹਾਰ ਹੈ, ਸਰਕਾਰ ਨਾਲ ਟੱਕਰ ਹੈ, ਕਾਰਪੋਰੇਟ ਅਦਾਰਿਆਂ ਦੇ ਨਾਲ ਟੱਕਰ ਹੈ, ਤੇ ਦੁਨੀਆ ਦੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਸਾਮਰਾਜ ਦੇ ਨਾਲ ਟੱਕਰ ਹੈ, ਜੋ ਕਨਸਟੀਟਿਊਸ਼ਨ ਦੇ ਦਾਇਰੇ ਦੇ ਅੰਦਰ ਰੱਖਣਾ ਚਾਹੁੰਦੇ ਹੋ ਤੁਸੀਂ। ਅਸੀਂ ਤਾਂ ਕਹਿੰਦੇ ਕਨਸਟੀਟਿਊਸ਼ਨ ਤਾਂ ਤੋੜ ਰਹੀ ਹੈ ਸਰਕਾਰ, ਸੋ ਉਹਨੂੰ ਬਚਾਉਣ ਦਾ ਸਵਾਲ ਵੀ ਹੈ। ਦੂਜਾ ਸਾਡਾ ਹੈ ਜਿੱਥੋਂ ਸਾਨੂੰ ਸਪਿਰਿਚੁਅਲ ਫੋਰਸ ਮਿਲਦੀ ਹੈ, ਇਤਿਹਾਸਿਕ ਫੋਰਸ ਮਿਲਦੀ ਹੈ, ਜਿਹਨੂੰ ਅਸੀਂ ਜਦੋਂ ਸਾਡੇ ਤੇ ਮੀਂਹ ਪੈ ਰਿਹਾ ਸੀ, ਸਿੰਘੂ ਬਾਰਡਰ ਦੇ ਵਿੱਚ ਸਾਡੀਆਂ ਟਰਾਲੀਆਂ ਚੋ ਰਹੀਆਂ ਸੀ, ਥੱਲੇ ਪਾਣੀ ਭਰ ਗਿਆ ਸੀ, ਉਦੋਂ ਸਾਨੂੰ ਜਿਹੜੀ ਚੀਜ਼ ਜਿੰਦਾ ਰੱਖਦੀ ਸੀਗੀ ਉਹ ਸਾਡੇ ਲੁਕਾਈ ਦਾ ਇਹ ਬੋਲਾ ਹੈ ਵੀ ਯਾਰ ਸਾਡਾ ਇਤਿਹਾਸ ਸਾਡੀ ਪਿੱਠ ਤੇ ਖੜਾ ਹੈ। ਸੋ ਦੋਨਾਂ ਚੀਜ਼ਾਂ ਨੂੰ ਜੋੜ ਕੇ ਜਦੋਂ ਤੁਸੀਂ ਖੜੇ ਜਾਂਦੇ ਹੋ ਨਾ ਡਟ ਕੇ, ਸੋ ਇਹ ਹਾਰ ਨਹੀਂ ਸਕਦਾ। ਇਹ ਸਾਡੀ ਵਿਸ਼ੇਸ਼ਤਾ ਹੈ ਇਸ ਅੰਦੋਲਨ ਦੀ। ਇਹ ਬੜੀ ਸਿਆਣੀ ਤੇ ਸੂਝ ਵਾਲੀ ਗੱਲ ਕਹੀ ਹੈ ਕਿ ਵਖਰੇਵਾਂ ਪਾ ਕੇ ਅਸੀਂ ਕਮਜ਼ੋਰ ਹੋਵਾਂਗੇ, ਦੋਵਾਂ ਚੀਜ਼ਾਂ ਨੂੰ ਇਕੱਠਾ ਰੱਖਾਂਗੇ। ਵਖਰੇਵਾ ਹੈ ਹੀ ਨਹੀਂ ਤੇ ਇਨਕਲਾਬ, ਮੈਨੂੰ ਲੱਗਦਾ ਕਿ ਜਿਹੜਾ ਵਖਰੇਵਾ ਪਾਇਆ ਜਾ ਰਿਹਾ ਹੈ ਨਾ ਉਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ। ਹਰ ਵਿਅਕਤੀ ਨੂੰ ਇੰਟਰਨੈਟ, ਤੁਹਾਨੂੰ ਕੀ ਲੱਗਦਾ ਜਿੰਨੀ ਦੇਰ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਹੁੰਦੇ ਹੋ ਤੁਹਾਨੂੰ ਲੱਗਦਾ ਸਭ ਠੀਕ ਹੈ, ਜਿਵੇਂ ਹੀ ਤੁਸੀਂ ਪੰਜਾਬ 'ਚ ਜਾਂ ਕਿਤੇ ਵੀ ਹੋਰ ਜਾਂਦੇ ਹੋ ਤੁਸੀਂ ਫੇਸਬੁੱਕ ਚੈੱਕ ਕਰਦੇ ਹੋ, ਕਿਉਂਕਿ ਉੱਥੇ ਤਾਂ ਫੇਸਬੁੱਕ ਚੈੱਕ ਕਰਨ ਦਾ ਟਾਈਮ ਨਹੀਂ ਹੁੰਦਾ। ਜਦ ਫੇਸਬੁੱਕ ਤੇ WhatsApp ਦੇਖਦੇ ਆ ਫਿਰ ਸਾਨੂੰ ਪਤਾ ਲੱਗਦਾ ਅੱਛਾ ਇਹ ਤਾਂ ਕਹਿ ਰਹੇ ਨੇ ਅੰਦੋਲਨ ਖਤਮ ਹੋ ਗਿਆ, ਇਹ ਤੇ ਕਹਿ ਰਹੇ ਨੇ ਕਿ ਅੰਦੋਲਨ ਜਿਹੜਾ ਉੱਥੇ ਕਾਮਰੇਡ ਵਰਸਸ ਖਾਲਿਸਤਾਨੀ ਹੋ ਗਿਆ, ਜਦ ਕਿ ਉੱਥੇ ਜਦ ਜਾਂਦੇ ਹੋ ਉੱਥੇ ਪੂਰਾ ਵਰਚੁਅਲ ਵਰਲਡ ਚਾਹੁੰਦੇ ਹੋ, ਜਦੋਂ ਤੁਸੀਂ ਵਰਚੁਅਲ ਅੰਦੋਲਨ ਚਾਹੁੰਦੇ ਹੋ। ਸੋ ਇਸ ਤੋਂ ਮੈਂ ਕਹਿਣਾ ਚਾਹੁੰਦਾ ਕਿ ਕੁਝ ਖਾਸ ਤੌਰ ਤੇ ਮੈਂ ਕਹਾਂਗਾ ਨੰਬਰ ਵਿਦੇਸ਼ੀ ਨੇ, ਹੁਣ ਬੰਦੇ ਵਿਦੇਸ਼ਾਂ 'ਚ ਬੈਠੇ ਨੇ ਕਿ ਨਹੀਂ, ਜਿਹੜੇ ਫੋਨ ਕਰਦੇ ਨੇ, ਧਮਕੀਆਂ ਦਿੰਦੇ ਨੇ ਸਾਨੂੰ, ਲੀਡਰਾਂ ਨੂੰ ਧਮਕੀਆਂ ਦਿੰਦੇ ਨੇ, ਸੋ ਉਹ ਨੰਬਰ ਵਿਦੇਸ਼ੀ ਨੇ। ਮਤਲਬ ਕਿਸੇ ਦੇ ਮੂਰੇ +1 ਲੱਗਿਆ ਹੁੰਦਾ, ਕਿਸੇ ਦੇ +4 +3 ਇਹੋ ਜਿਹੇ ਨੰਬਰਾਂ ਤੋਂ ਫੋਨ ਆਉਂਦੇ ਨੇ, +62 ਇਹੋ ਜਿਹੇ ਨੰਬਰਾਂ ਤੋਂ। ਲੇਕਿਨ ਹੋ ਸਕਦਾ ਉਹ ਬੈਠੇ ਇੱਥੇ ਹੀ ਹੋਣ, ਨੰਬਰ ਉਹਨਾਂ ਨੇ ਵਿਦੇਸ਼ੀ ਲੈ ਰੱਖੇ ਹੋਣ। ਸੋ ਉਹ ਧਮਕਾਣਾ ਰਾਜਸਥਾਨ ਦੀ ਜੇਲ੍ਹ 'ਚ ਬੈਠਿਆ ਜ਼ਿੰਮੇਵਾਰੀ ਲੈ ਲੈਂਦਾ ਕਿ ਮੈਂ ਗੁਰਲਾਲ ਪਹਿਲਵਾਨ ਮਾਰਿਆ ਪਰਸੋਂ। ਸੋ ਇਹਦਾ ਮਤਲਬ ਇਹ ਕਿ ਕੁਝ ਬੰਦੇ ਬਹੁਤ ਵਿਸ਼ੇਸ਼ ਜ਼ਿੰਮੇਵਾਰੀ ਲੈ ਕੇ, ਕਿੱਥੋਂ ਜ਼ਿੰਮੇਵਾਰੀ ਲੈਤੀ ਹੈ ਲੋਕਾਂ ਨੇ ਸੋਚਣਾ, ਭਵਿੱਖ ਤੈਅ ਕਰੂਗਾ, ਲੇਕਿਨ ਕੁਝ ਬੰਦੇ ਬਹੁਤ ਵਿਸ਼ੇਸ਼ ਜ਼ਿੰਮੇਵਾਰੀ ਨਾਲ ਅੰਦੋਲਨ ਨੂੰ ਬਦਨਾਮ ਕਰਨ ਤੇ ਇਹਦੇ 'ਚ ਪਾਟੋ ਧਾੜ ਕਰਨ ਤੇ ਲੱਗੇ ਹੋਏ ਨੇ। ਜਦਕਿ ਜਦ ਤੁਸੀਂ ਅੰਦੋਲਨ ਕਰਦੇ ਲੋਕਾਂ 'ਚ ਜਾਂਦੇ, ਜਾਂ ਟਰਾਲੀਆਂ 'ਚ ਬਹਿ ਕੇ ਗੱਲ ਕਰਦੇ ਹੋ, ਉਹਨਾਂ ਵਾਸਤੇ ਸਭ ਬਰਾਬਰ ਹੈ, ਸਭ ਅੱਛਾ ਹੈ। ਅੰਦੋਲਨ ਨੂੰ ਜਿੱਤਣਾ ਇੱਕੋ ਇੱਕ ਨਿਸ਼ਾਨਾ ਹੈ, ਉਹਨਾਂ ਵਾਸਤੇ ਹੋਰ ਕੋਈ ਨਿਸ਼ਾਨਾ ਨਹੀਂ। ਬਿਲਕੁਲ, ਅੰਦੋਲਨ ਨੂੰ ਜਿੱਤਣਾ ਇੱਕੋ ਇੱਕ ਨਿਸ਼ਾਨਾ ਹੈ ਤੇ ਇਹੀ ਹੋਣਾ ਚਾਹੀਦਾ ਹੈ। ਕਮਲਜੀਤ ਉਹਨਾਂ ਨਾਲ ਗੱਲ ਕੀਤੀ ਆਪਾਂ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਨੇ ਤੇ ਸ਼ੁਰੂ ਤੋਂ ਹੀ ਇਸ ਅੰਦੋਲਨ ਨਾਲ ਜੁੜੇ ਹੋਏ ਨੇ। ਕਮਲਜੀਤ, ਮੇਰੇ ਖਿਆਲ 'ਚ ਇਹ ਜਿਹੜਾ ਪੋਸਟਮਾਰਟਮ ਆਪਾਂ ਲਾਸਟ ਵਾਲੇ ਸੈਗਮੈਂਟ 'ਚ ਕੀਤਾ ਹੈ ਕਿ ਕੌਣ ਲੋਕ ਬਦਨਾਮ ਕਰ ਰਹੇ ਨੇ, ਕੀ ਸਮਝਣ ਦੀ ਲੋੜ ਹੈ, ਕੀ ਚੀਜ਼ ਤੋਂ ਗੁਰੇਜ਼ ਕਰਨ ਦੀ ਲੋੜ ਹੈ, ਕਿਸ ਤਰ੍ਹਾਂ ਦੇ ਨਕਲੀ ਸੰਸਾਰ ਤੋਂ, ਫੇਸਬੁੱਕ ਦੇ, WhatsApp ਦੇ ਸੰਸਾਰ ਤੋਂ ਬਚਣ ਦੀ ਲੋੜ ਹੈ, ਇਹ ਚੀਜ਼ਾਂ ਦੇ ਉੱਤੇ ਮੇਰੇ ਖਿਆਲ 'ਚ ਆਪਾਂ
ਦੁਬਾਰਾ ਜ਼ਰੂਰ ਸਾਡੇ ਸਟੂਡੀਓ 'ਚ ਜੁੜ ਕੇ ਬਿਲਕੁਲ, ਬੈਠਾਂਗੇ। ਅੱਜ ਦਾ ਤੁਹਾਡਾ ਸਮਾਂ ਬਹੁਤ ਕੀਮਤੀ ਸੀ, ਸਾਨੂੰ ਤੁਸੀਂ ਸਮਾਂ ਦਿੱਤਾ ਹੈ, ਇਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਸਾਡੀ ਗੱਲ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।